ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬੀ ਇਨਫੋ ਤੇ ਤੁਹਾਡਾ ਸਭ ਦਾ ਸਵਾਗਤ ਹੈ। ਸੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਪਣਾ ਟੌਪਿਕ ਹੋਵੇਗਾ, ਵਿਸ਼ਾ ਹੋਵੇਗਾ ਗਲੋਬਲ ਵਾਰਮਿੰਗ। ਸੋ ਜਿਵੇਂ ਕਿ ਆਪਾਂ ਵੱਖ-ਵੱਖ ਤਰ੍ਹਾਂ ਦੀ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ, ਕੁਝ ਜਾਗਰੂਕਤਾ ਭਰਪੂਰ, ਕੁਝ ਜਾਣਕਾਰੀ ਭਰਪੂਰ ਤੁਹਾਡੇ ਤੱਕ ਪਹੁੰਚਦੀ ਕਰਦੇ ਰਹਿੰਦੇ ਹਾਂ ਸਿੱਧੀ ਸਰਲ ਅਤੇ ਪੰਜਾਬੀ ਭਾਸ਼ਾ ਦੇ ਵਿੱਚ। ਸੋ ਅੱਜ ਗੱਲ ਕਰਾਂਗੇ ਆਪਾਂ ਗਲੋਬਲ ਵਾਰਮਿੰਗ ਉੱਪਰ ਕਿ ਗਲੋਬਲ ਵਾਰਮਿੰਗ ਕੀ ਹੈ, ਇਹਦਾ ਧਰਤੀ ਦੇ ਉੱਪਰ, ਵਾਤਾਵਰਨ ਉੱਪਰ ਕੀ ਪ੍ਰਭਾਵ ਹੈ, ਇਸ ਦੇ ਨਾਲ ਧਰਤੀ ਨੂੰ ਕੀ ਖਤਰਾ ਬਣ ਰਿਹਾ ਹੈ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਇਸ ਦੇ ਕੀ ਹੋਰ ਜ਼ਿਆਦਾ ਭੈੜੇ ਨੁਕਸਾਨ ਦੇਖਣ ਨੂੰ ਮਿਲ ਸਕਦੇ ਨੇ। ਸੋ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਤੁਸੀਂ ਚੈਨਲ ਪੰਜਾਬੀ ਇਨਫੋ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਜਾਣਕਾਰੀ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਪਹਿਲਾਂ ਗੱਲ ਕਰਦੇ ਹਾਂ ਕਿ ਗਲੋਬਲ ਵਾਰਮਿੰਗ ਹੁੰਦੀ ਕੀ ਹੈ। ਗਲੋਬਲ ਵਾਰਮਿੰਗ ਉਦਯੋਗਿਕ ਕ੍ਰਾਂਤੀ ਦੇ ਬਾਅਦ ਔਸਤ ਜੋ ਵਿਸ਼ਵ ਤਾਪਮਾਨ ਦੇ ਵਿੱਚ ਵਾਧਾ ਹੋਇਆ ਹੈ ਉਸ ਨੂੰ ਦਰਸਾਉਂਦੀ ਹੈ। 1880 ਈਸਵੀ ਤੋਂ ਬਾਅਦ ਔਸਤ ਜੋ ਵਿਸ਼ਵ ਦਾ ਤਾਪਮਾਨ ਹੈ, ਧਰਤੀ ਦਾ ਤਾਪਮਾਨ ਕਹਿ ਦਈਏ ਜਿਹਨੂੰ ਆਪਾਂ, ਉਹ 1 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਵੱਧ ਚੁੱਕਿਆ ਹੈ। ਅਤੇ ਗਲੋਬਲ ਵਾਰਮਿੰਗ ਇੱਕ ਹੌਲੀ ਚੱਲਣ ਵਾਲੀ ਪ੍ਰਕਿਰਿਆ ਹੈ ਜਿਹੜੀ ਲਗਾਤਾਰ ਚੱਲਦੀ ਆ ਰਹੀ ਹੈ। ਅਤੇ ਇਹ ਵੀ ਆਸ਼ੰਕਾ ਵਿਗਿਆਨੀਆਂ ਦੁਆਰਾ ਜਤਾਈ ਗਈ ਹੈ ਕਿ 2035 ਤੱਕ ਜੋ ਤਾਪਮਾਨ ਹੈ ਉਹ 0.3 ਤੋਂ ਲੈ ਕੇ 0.7 ਡਿਗਰੀ ਸੈਲਸੀਅਸ ਹੋਰ ਜ਼ਿਆਦਾ ਵੱਧ ਜਾਵੇਗਾ, ਕਿਉਂਕਿ ਉਦਯੋਗੀਕਰਨ ਵੱਧ ਰਿਹਾ ਹੈ, ਸ਼ਹਿਰੀਕਰਨ ਹੋ ਰਿਹਾ ਹੈ। ਸੋ ਕਾਰਖਾਨੇ, ਫੈਕਟਰੀਆਂ ਅਜਿਹੇ ਲੱਗ ਰਹੇ ਨੇ ਜਿਨ੍ਹਾਂ ਦੇ ਨਾਲ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਧਰਤੀ ਦਾ ਤਾਪਮਾਨ ਵੱਧ ਰਿਹਾ ਹੈ ਅਤੇ ਆਉਣ ਵਾਲੇ ਭਵਿੱਖ ਦੇ ਵਿੱਚ ਵੱਡੇ ਖਤਰੇ ਇਸ ਦੇ ਸਾਹਮਣੇ ਦੇਖਣ ਨੂੰ ਮਿਲਣਗੇ, ਜਿਹੜੇ ਕਿ ਹੁਣ ਆਪਾਂ ਵਰਤਮਾਨ ਸਮੇਂ ਦੇ ਵਿੱਚ ਵੀ ਦੇਖ ਰਹੇ ਹਾਂ। ਜਿਵੇਂ ਕਿ ਵੱਡੀਆਂ ਨਦੀਆਂ, ਦਰਿਆ ਸੁੱਕ ਰਹੇ ਨੇ। ਕਿਤੇ ਵਿਸ਼ਵ ਦੇ ਵਿੱਚ ਜੇਕਰ ਗੱਲ ਕਰੀਏ ਧਰਤੀ ਦੇ, ਤਾਂ ਇੱਕ ਹਿੱਸੇ ਉੱਪਰ ਪਾਣੀ ਨਾਲ ਤਬਾਹੀ ਹੋ ਰਹੀ ਹੈ, ਦੂਜੇ ਦੇ ਵਿੱਚ ਜੰਗਲਾਂ ਨੂੰ ਅੱਗ ਲੱਗ ਰਹੀ ਹੈ। ਕਿਤੇ ਬਰਫ਼ ਬਹੁਤ ਜ਼ਿਆਦਾ ਪੈ ਰਹੀ ਹੈ ਅਤੇ ਕਈ ਅਜਿਹੇ ਇਲਾਕੇ ਨੇ ਜਿਵੇਂ ਅੰਟਾਰਕਟਿਕਾ ਹੋ ਗਿਆ ਜਾਂ ਗ੍ਰੀਨਲੈਂਡ, ਜਿੱਥੇ ਬਰਫ਼ ਲਗਾਤਾਰ ਪਿਘਲ ਰਹੀ ਹੈ। ਸਮੁੰਦਰਾਂ ਦਾ ਜੋ ਜਲ ਸਤਰ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਜੋ ਨਿਚਲੇ ਇਲਾਕਿਆਂ ਦੇ ਜਿਹੜੇ ਸ਼ਹਿਰ ਨੇ ਜਾਂ ਦੇਸ਼ ਕਹਿ ਦਈਏ, ਤਾਂ ਉਹ ਅਜਿਹੇ ਵੀ ਨੇ ਜਿਹੜੇ 2050 ਤੱਕ ਉਹਨਾਂ ਦੇ ਵਿੱਚੋਂ ਕਈ ਸ਼ਹਿਰ ਅਜਿਹੇ ਹੋਣਗੇ ਜਿਹੜੇ ਕਿ ਪਾਣੀ ਦੇ ਵਿੱਚ ਸਮਾ ਜਾਣਗੇ। ਸੋ ਇਸੇ ਕਰਕੇ ਹੁਣ ਵਰਤਮਾਨ ਸਮੇਂ ਦੇ ਵਿੱਚ ਜਲਵਾਯੂ ਪਰਿਵਰਤਨ, ਗਲੋਬਲ ਵਾਰਮਿੰਗ, ਇਹਨਾਂ ਮੁੱਦਿਆਂ ਦੇ ਉੱਪਰ ਜਿਹੜੀ ਬਹਿਸ ਉਹ ਕਾਫੀ ਜ਼ਿਆਦਾ ਵੱਧ ਚੁੱਕੀ ਹੈ। ਗਲੋਬਲ ਵਾਰਮਿੰਗ ਦੇ ਜੋ ਕਾਰਨ ਨੇ ਉਹਨਾਂ ਦੇ ਵਿੱਚ ਕੁਝ ਅਜਿਹੀਆਂ ਗੈਸਾਂ ਹੁੰਦੀਆਂ ਨੇ ਜਿਵੇਂ ਕਾਰਬਨ ਡਾਈਆਕਸਾਈਡ, ਮਿਥੇਨ ਹੋ ਗਿਆ। ਇਹ ਪ੍ਰਿਥਵੀ ਦੇ ਵਾਤਾਵਰਨ ਦੇ ਵਿੱਚ ਸੂਰਜ ਦੀ ਗਰਮੀ ਨੂੰ ਆਪਣੇ ਅੰਦਰ ਰੋਕ ਕੇ ਰੱਖਦੀਆਂ ਨੇ। ਜਦੋਂ ਇਹਨਾਂ ਦੇ ਨਾਲ ਕੁਦਰਤੀ ਤੋਂ ਹਟ ਕੇ ਮਨੁੱਖੀ ਦਖਲਅੰਦਾਜ਼ੀ ਆ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਜੋ ਵਾਯੂਮੰਡਲੀ ਪਰਤ ਹੁੰਦੀ ਹੈ ਉਹ ਆਪਣੇ ਕੁਦਰਤੀ ਰੂਪ ਤੋਂ ਹਟ ਜਾਂਦੀ ਹੈ ਅਤੇ ਜਿਸ ਤੋਂ ਬਾਅਦ ਸੂਰਜ ਦੀ ਜੋ ਸਾਰੀ ਗਰਮੀ ਹੈ ਉਹ ਧਰਤੀ ਉੱਪਰ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਹਨਾਂ ਗ੍ਰੀਨ ਹਾਊਸ ਗੈਸਾਂ ਦੁਆਰਾ ਗਰਮੀ ਨਹੀਂ ਸੋਖੀ ਜਾਂਦੀ ਅਤੇ ਜਿਸ ਤੋਂ ਬਾਅਦ ਧਰਤੀ ਦਾ ਜੋ ਤਾਪਮਾਨ ਹੈ ਉਹ ਲਗਾਤਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਅਤੇ ਇੱਥੇ ਇਹ ਵੀ ਕਈ ਵਾਰ ਮਨਾਂ ਦੇ ਵਿੱਚ ਸਵਾਲ ਉੱਠਦੇ ਨੇ ਕਿ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਕੀ ਦੋਨੋਂ ਇੱਕ ਨੇ ਜਾਂ ਦੋਨਾਂ ਦੇ ਵਿੱਚ ਫਰਕ ਹੈ ਜਾਂ ਅਲੱਗ ਨੇ। ਇਨਵਾਇਰਮੈਂਟਲ ਐਂਡ ਐਨਰਜੀ ਸਟੱਡੀਜ਼ ਇੰਸਟੀਟਿਊਟ ਦੇ ਅਨੁਸਾਰ ਜੇਕਰ ਕਹੀਏ ਤਾਂ ਜਲਵਾਯੂ ਪਰਿਵਰਤਨ ਅਤੇ ਗਲੋਬਲ ਵਾਰਮਿੰਗ ਦੋਨਾਂ ਨੂੰ ਇੱਕ ਦੂਜੇ ਦੇ ਉਪਯੋਗ ਦੇ ਲਈ ਵਰਤਿਆ ਜਾਂਦਾ ਹੈ, ਪਰ ਦੋਨਾਂ ਦੇ ਵਿੱਚ ਫਰਕ ਹੈ। ਜਲਵਾਯੂ ਪਰਿਵਰਤਨ ਨੂੰ ਜੇਕਰ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਕਹੀਏ ਤਾਂ ਕਿਸੇ ਵਿਸ਼ੇਸ਼ ਇਲਾਕੇ ਦੀ ਗੱਲ ਕਰ ਸਕਦੇ ਹਾਂ ਇਹਦੇ ਵਿੱਚ ਆਪਾਂ, ਜਾਂ ਪੂਰੇ ਵਿਸ਼ਵ ਦੀ, ਕਿ ਉਸ ਦੇ ਵਿੱਚ ਜੋ ਔਸਤ ਜੋ ਉਸ ਦਾ ਜਲਵਾਯੂ ਹੁੰਦਾ ਹੈ ਜਿਹੜਾ ਕਿ ਆਮ ਤੌਰ 'ਤੇ ਪੂਰੇ ਸਾਲਾਂ ਦੌਰਾਨ ਦੇਖਿਆ ਜਾਂਦਾ ਹੈ, ਉਸ ਦੇ ਵਿੱਚ ਤਾਪਮਾਨ ਹੋ ਗਿਆ, ਮੀਂਹ ਹੋ ਗਏ, ਨਮੀ ਹੋ ਗਈ, ਹਵਾ ਹੋ ਗਈ, ਅਤੇ ਇਹ ਜਿਹੜਾ ਸਾਰਾ ਕੁਝ ਹੁੰਦਾ ਹੈ ਉਸ ਨੂੰ ਉਹਦਾ ਜਲਵਾਯੂ ਕਿਹਾ ਜਾਂਦਾ ਹੈ। ਤਾਂ ਉਸ ਦੇ ਵਿੱਚ ਜਦੋਂ ਅਚਾਨਕ ਵੱਡੇ ਪਰਿਵਰਤਨ ਆਉਣ ਲੱਗ ਜਾਂਦੇ ਨੇ, ਜਦੋਂ ਮੀਂਹ ਦਾ ਜੋ ਪੈਟਰਨ ਹੈ ਉਹ ਬਦਲਣ ਲੱਗ ਜਾਂਦਾ ਹੈ ਤਾਂ ਉਸ ਨੂੰ ਜਲਵਾਯੂ ਪਰਿਵਰਤਨ ਕਿਹਾ ਜਾਂਦਾ ਹੈ, ਜਿਹੜਾ ਕਿ ਅੱਜ ਦੇ ਵਰਤਮਾਨ ਸਮੇਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਵਿੱਚ ਵੀ ਇਸ ਦਾ ਖਾਸ ਤੌਰ 'ਤੇ ਜਿਹੜਾ ਜਲਵਾਯੂ ਪਰਿਵਰਤਨ ਆ ਉਹ ਦੇਖਣ ਨੂੰ ਮਿਲ ਰਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦੇਖਣ 'ਤੇ ਆ ਰਿਹਾ ਕਿ ਜੋ ਬਰਸਾਤਾਂ ਨੇ ਉਸ ਦੇ ਵਿੱਚ ਜਿਹੜੀ ਕਹਿ ਦਈਏ ਆਪਾਂ ਵੀ ਬਦਲਾਅ ਬਹੁਤ ਜ਼ਿਆਦਾ ਆ ਰਹੇ ਨੇ। ਇਕਸਾਰਤਾ ਬਹੁਤ ਜ਼ਿਆਦਾ ਘਟ ਗਈ ਹੈ। ਪੰਜਾਬ ਨੂੰ ਜੇਕਰ ਆਪਾਂ ਇਲਾਕੇ ਦੇ ਹਿਸਾਬ ਨਾਲ ਦੇਖੀਏ ਤਾਂ ਕੋਈ ਬਹੁਤ ਵੱਡਾ ਏਰੀਆ ਨਹੀਂ ਹੈ ਵਿਸ਼ਵ ਦੇ, ਜੇਕਰ ਇਹਨੂੰ ਆਪਾਂ ਮੁਕਾਬਲੇ ਵਿੱਚ ਦੇਖੀਏ ਤਾਂ ਇਸ ਦੇ ਵਿੱਚ ਹੀ ਜਲਵਾਯੂ ਪਰਿਵਰਤਨ ਜਿਹੜਾ ਵੱਡੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਪੰਜਾਬ ਦੇ ਕਈ ਇਲਾਕੇ ਅਜਿਹੇ ਨੇ ਜਿਹੜੇ ਕਿ ਇਸ ਮੌਨਸੂਨੀ ਸੀਜ਼ਨ ਦੇ ਵਿੱਚ ਵੀ 2021 ਦੌਰਾਨ ਮੀਂਹ ਤੋਂ ਬਹੁਤ ਸੱਖਣੇ ਰਹਿ ਗਏ ਨੇ, ਸੋਕੇ ਵਰਗੇ ਹਾਲਾਤ ਨੇ, ਅਤੇ ਕਈ ਇਲਾਕੇ ਅਜਿਹੇ ਨੇ ਜਿੱਥੇ ਇੰਨਾ ਜ਼ਿਆਦਾ ਮੀਂਹ ਪਿਆ ਕਿ ਫਸਲਾਂ ਵੀ ਬਰਬਾਦ ਹੋ ਗਈਆਂ ਨੇ। ਸੋ ਇਹ ਸਭ ਜਲਵਾਯੂ ਪਰਿਵਰਤਨ ਕਹਾਉਂਦਾ ਹੈ। ਅਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਗਲੋਬਲ ਵਾਰਮਿੰਗ ਦੀ ਤਾਂ ਉਹਦੇ ਵਿੱਚ ਪ੍ਰਿਥਵੀ ਦਾ ਜਿਹੜਾ ਔਸਤ ਵਿਸ਼ਵ ਤਾਪਮਾਨ ਹੈ ਤਾਂ ਉਸ ਦੇ ਵਿੱਚ ਜੋ ਵਾਧਾ ਹੋ ਰਿਹਾ ਹੈ ਉਸ ਨੂੰ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ। ਗਲੋਬਲ ਵਾਰਮਿੰਗ ਨਾਲ ਜਿੱਥੇ ਵੱਡੇ ਬਰਫ਼ ਦੇ ਗਲੇਸ਼ੀਅਰ ਨੇ ਉਹ ਪਿਘਲ ਰਹੇ ਨੇ, ਸਮੁੰਦਰ ਦਾ ਜੋ ਲੈਵਲ ਹੈ ਅਪ ਹੋ ਰਿਹਾ ਹੈ, ਅਤੇ ਦੂਜੇ ਪਾਸੇ ਕਈ ਇਲਾਕੇ ਅਜਿਹੇ ਨੇ ਜਿਹੜੇ ਕਿ ਸੋਕੇ ਦੀ ਮਾਰ ਵਿੱਚ ਆ ਰਹੇ ਨੇ, ਨਦੀਆਂ, ਦਰਿਆ ਸੁੱਕ ਰਹੇ ਨੇ।
ਗਲੋਬਲ ਵਾਰਮਿੰਗ ਯਾਨੀ ਕਿ ਵਿਸ਼ਵ ਤਾਪਮਾਨ ਦੇ ਵਾਧੇ ਦੇ ਨਾਲ ਤੂਫਾਨ ਹੋਣੇ, ਜੰਗਲਾਂ ਵਿੱਚ ਅੱਗ ਲੱਗਣੀ, ਹੜ੍ਹਾਂ ਦੇ ਹਾਲਾਤ ਪੈਦਾ ਹੋਣੇ, ਸੋਕਾ ਲੱਗਣਾ ਅਤੇ ਲੂ ਅਤੇ ਹੀਟ ਵੇਵ ਦੀਆਂ ਜਿਹੜੀਆਂ ਆਸ਼ੰਕਾਵਾਂ ਨੇ ਉਹ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ, ਕਿਉਂਕਿ ਇੱਕ ਜੋ ਗਰਮ ਜਲਵਾਯੂ ਹੁੰਦਾ ਹੈ ਤਾਂ ਉਸ ਦੇ ਵਾਯੂਮੰਡਲ ਦੇ ਵਿੱਚ ਪਾਣੀ ਇਕੱਠਾ ਕਰਨ ਦੀ ਜਿਹੜੀ ਸਮਰੱਥਾ ਹੁੰਦੀ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਅਤੇ ਜਿਸ ਦੇ ਨਾਲ ਜਿਹੜਾ ਮੀਂਹ ਦੇ ਪੈਟਰਨ ਨੇ ਉਹਦੇ ਵਿੱਚ ਬਦਲਾਅ ਆ ਜਾਂਦਾ ਹੈ, ਅਤੇ ਇੱਕ ਇਲਾਕੇ ਦੇ ਵਿੱਚ ਭਾਰੀ ਤੋਂ ਲੈ ਕੇ ਬਹੁਤ ਭਾਰੀ ਮੀਂਹ ਵੀ ਪੈ ਜਾਂਦੇ ਨੇ। ਅਤੇ ਇਸ ਵਧੀ ਹੋਈ ਵਰਸ਼ਾ ਦੇ ਨਾਲ, ਬਰਸਾਤ ਦੇ ਨਾਲ ਕ੍ਰਿਸ਼ੀ ਖੇਤਰ ਨੂੰ, ਭਾਵ ਕਿ ਕਿਸਾਨਾਂ ਨੂੰ ਲਾਭ ਵੀ ਹੋ ਸਕਦਾ ਹੈ, ਅਤੇ ਦੂਜੇ ਪਾਸੇ ਬਹੁਤ ਜ਼ਿਆਦਾ ਮੀਂਹ ਪੈਣ ਦੇ ਨਾਲ ਨੁਕਸਾਨ ਵੀ ਹੋ ਜਾਂਦਾ ਹੈ। ਅਤੇ ਗਲੋਬਲ ਵਾਰਮਿੰਗ ਦੇ ਨਾਲ ਨਾਲ ਜਿੱਥੇ ਸਮੁੰਦਰਾਂ ਦੇ ਉੱਪਰ ਵੀ ਇਸ ਦਾ ਪ੍ਰਭਾਵ ਪੈ ਰਿਹਾ, ਜੋ ਸਮੁੰਦਰ ਦੀ ਉੱਪਰਲੀ ਸਤ੍ਹਾ ਹੁੰਦੀ ਹੈ ਉਸ ਦਾ ਤਾਪਮਾਨ ਵੀ ਲਗਾਤਾਰ ਵੱਧ ਰਹੇ ਨੇ। ਸਮੁੰਦਰ ਦੀ ਉੱਪਰ ਦੀ ਸਤ੍ਹਾ ਵਧਣ ਦੇ ਨਾਲ ਜਿਹੜੇ ਸਮੁੰਦਰੀ ਤੂਫਾਨ ਹੁੰਦੇ ਨੇ ਤਾਂ ਉਹਨਾਂ ਦੇ ਨਿਰਮਾਣ ਹੋਣ ਦਾ ਜਿਹੜੇ ਰਸਤੇ ਨੇ ਉਹ ਕਾਫੀ ਜ਼ਿਆਦਾ ਆਸਾਨ ਹੋ ਜਾਂਦੇ ਨੇ, ਵੱਡੇ ਆਸਾਰ ਬਣ ਜਾਂਦੇ ਨੇ ਕਿ ਸਮੁੰਦਰਾਂ ਦੇ ਵਿੱਚ ਭਾਰੀ ਤੂਫਾਨ ਬਣ ਸਕਦੇ ਨੇ। ਜਿਵੇਂ ਕਿ ਪਿਛਲੇ ਸਮਿਆਂ ਵਿੱਚ ਆਪਾਂ ਦੇਖਦੇ ਵੀ ਆ ਰਹੇ ਹਾਂ ਕਿ ਬੰਗਾਲ ਦੀ ਖਾੜੀ ਅਤੇ ਅਰਬ ਸਾਗਰ ਦੇ ਵਿੱਚ ਇੱਕ ਤੋਂ ਬਾਅਦ ਇੱਕ ਤੂਫਾਨ ਬਣਦੇ ਵੀ ਰਹੇ ਨੇ, ਜਿਹੜੇ ਕਿ ਸਮੁੰਦਰ ਦੇ ਨਾਲ ਲੱਗਦੇ ਜੋ ਭਾਰਤ ਦੇ ਤਟੀ ਖੇਤਰ ਨੇ ਤਾਂ ਉਹਨਾਂ ਦੇ ਵਿੱਚ ਭਾਰੀ ਤੋਂ ਲੈ ਕੇ ਬਹੁਤ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਦੇ ਜਾਂਦੇ ਨੇ। ਸੋ ਇਸੇ ਕਰਕੇ ਹੁਣ ਇਸ ਵੇਲੇ ਦੁਨੀਆ ਦੇ ਵਿੱਚ ਰੁੱਖ ਲਗਾਉਣ ਦੇ ਉੱਤੇ ਖਾਸਾ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਗਲੋਬਲ ਵਾਰਮਿੰਗ ਉੱਪਰ ਕਾਬੂ ਪਾਇਆ ਜਾ ਸਕੇ। ਜੋ ਜਲਵਾਯੂ ਵਿੱਚ ਅਣਸੁਖਾਵੇਂ ਪਰਿਵਰਤਨ ਆ ਰਹੇ ਨੇ ਉਹਨਾਂ ਨੂੰ ਕੁਝ ਹਾਲਾਤ ਤੱਕ ਕਾਬੂ ਕੀਤਾ ਜਾ ਸਕੇ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਧਰਤੀ ਨੂੰ ਵੱਡੇ ਵਿਨਾਸ਼ ਤੋਂ ਰੋਕਿਆ ਜਾ ਸਕੇ। ਤੇ ਹੁਣ ਗੱਲ ਕਰਦੇ ਹਾਂ ਕਿ ਸਮੁੰਦਰ ਦੇ ਵੱਧਦੇ ਹੋਏ ਲੈਵਲ ਅਤੇ ਗਲੋਬਲ ਵਾਰਮਿੰਗ ਦੇ ਵਿੱਚ ਕੀ ਸੰਬੰਧ ਹੈ। ਗਲੋਬਲ ਵਾਰਮਿੰਗ ਦਾ ਸਿੱਧਾ ਪ੍ਰਭਾਵ ਇਹ ਦੁਨੀਆ ਉੱਪਰ ਪੈਂਦਾ ਹੈ, ਜਿੱਥੇ ਕਿ ਵੱਡੇ ਵੱਡੇ ਬਰਫਾਂ ਦੇ ਨਾਲ ਲੱਦੇ ਹੋਏ ਕਹਿ ਦਈਏ ਆਪਾਂ ਅਜਿਹੇ ਦੀਪ ਨੇ ਜਾਂ ਵੱਡੇ ਸਥਾਨ ਨੇ, ਜਿਵੇਂ ਅੰਟਾਰਕਟਿਕਾ ਹੋ ਗਿਆ ਅਤੇ ਇਸ ਤੋਂ ਇਲਾਵਾ ਗ੍ਰੀਨਲੈਂਡ ਹੋ ਗਿਆ। ਸੋ ਇਹ ਅੰਟਾਰਕਟਿਕਾ ਇੱਕ ਮਹਾਦੀਪ ਹੈ ਅਤੇ ਗ੍ਰੀਨਲੈਂਡ ਜਿਹੜਾ ਇੱਕ ਅਜਿਹਾ ਦੀਪ ਹੈ ਜਿਹੜਾ ਕਿ ਪੂਰੀ ਤਰ੍ਹਾਂ ਬਰਫ਼ ਨਾਲ ਢਕਿਆ ਹੋਇਆ, ਅਤੇ ਗਲੋਬਲ ਵਾਰਮਿੰਗ ਵੱਧਦੇ ਤਾਪਮਾਨ ਦੇ ਨਾਲ ਇਹਨਾਂ ਦੇ ਵਿੱਚ ਬਰਫ਼ ਲਗਾਤਾਰ ਪਿਘਲ ਰਹੀ ਹੈ, ਵੱਡੇ ਵੱਡੇ ਗਲੇਸ਼ੀਅਰ ਡਿੱਗ ਰਹੇ ਨੇ। ਸੋ ਜਿਸ ਦੇ ਨਾਲ ਸਮੁੰਦਰ ਦਾ ਜਿਹੜਾ ਤਾਪਮਾਨ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ। ਸਮੁੰਦਰ ਦਾ ਜੋ ਲੈਵਲ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ, ਅਤੇ ਨੀਵੇਂ ਖੇਤਰ ਨੇ ਜਿਹੜੇ ਸਮੁੰਦਰ ਦੇ ਕਿਨਾਰਿਆਂ 'ਤੇ ਵੱਸਦੇ ਤਾਂ ਉਹਨਾਂ ਦੇ ਵਿੱਚ ਵੱਡੇ ਅਲਰਟ ਜਾਰੀ ਹੋ ਚੁੱਕੇ ਨੇ, ਅਤੇ ਲਗਭਗ 10 ਤੋਂ 15 ਅਜਿਹੇ ਸ਼ਹਿਰ ਨੇ ਜਿਹੜੇ ਕਿ ਇਹ ਅਨੁਮਾਨ ਲਗਾਇਆ ਜਾ ਰਿਹਾ ਕਿ 2050 ਤੱਕ ਉਹ ਪਾਣੀ ਦੇ ਵਿੱਚ ਡੁੱਬ ਸਕਦੇ ਨੇ, ਸਮੁੰਦਰ ਦੇ ਵਿੱਚ ਸਮਾ ਸਕਦੇ ਨੇ। ਇਸ ਦੇ ਨਾਲ ਸੰਬੰਧਿਤ ਜਿਹੜੀ ਅਗਲੀ ਵੀਡੀਓ ਹੋਗੀ ਆਪਾਂ ਜਲਦੀ ਲੈ ਕੇ ਆਵਾਂਗੇ ਕਿ ਉਹ ਕਿਹੜੇ ਦੇਸ਼ ਨੇ ਜਾਂ ਇਲਾਕੇ ਨੇ, ਸ਼ਹਿਰ ਜਿਹੜੇ ਕਿ ਇਸ ਸਮੁੰਦਰ ਦੇ ਵਾਧੇ ਲੈਵਲ ਦੇ ਕਾਰਨ ਖਤਰੇ ਵਿੱਚ ਆ ਚੁੱਕੇ ਨੇ, ਅਤੇ ਉੱਥੋਂ ਦੀਆਂ ਸਰਕਾਰਾਂ ਉਹਨਾਂ ਲੋਕਾਂ ਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ। ਅਤੇ ਵਿਗਿਆਨੀਆਂ ਦੁਆਰਾ ਇਹ ਅਨੁਮਾਨ ਲਗਾਇਆ ਗਿਆ ਹੈ ਕਿ 2100 ਸਨ ਤੱਕ ਗਲੋਬਲ ਵਾਰਮਿੰਗ ਦੀ ਵਜ੍ਹਾ ਕਰਕੇ 80% ਤੋਂ ਜ਼ਿਆਦਾ ਜਿਹੜੇ ਗਲੇਸ਼ੀਅਰ ਨੇ ਉਹ ਪਿਘਲ ਜਾਣਗੇ, ਅਤੇ ਜਿਸ ਨਾਲ ਵੱਡੀ ਤਬਾਹੀ ਉਹ ਆਉਣ ਵਾਲੇ ਭਵਿੱਖ ਦੇ ਸਮੇਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ। 1880 ਤੋਂ ਲੈ ਕੇ ਪੂਰੇ ਵਿਸ਼ਵ ਦੇ ਸਮੁੰਦਰ ਦੇ ਲੈਵਲ ਦੇ ਵਿੱਚ 8 ਤੋਂ ਲੈ ਕੇ 10 ਇੰਚ ਤੱਕ ਦੀ ਵਾਧਾ ਲੈਵਲ ਦੇ ਵਿੱਚ ਹੋ ਚੁੱਕਿਆ ਹੈ, ਅਤੇ ਹੁਣ 2100 ਜਦੋਂ ਸਾਲ ਪੂਰੇ ਹੋ ਜਾਣਗੇ ਤਾਂ ਉਸ ਸਮੇਂ ਤੱਕ ਇਹ ਅਨੁਮਾਨ ਹੈ ਕਿ 6 ਤੋਂ ਲੈ ਕੇ 7 ਫੁੱਟ ਤੱਕ ਜਿਹੜਾ ਸਮੁੰਦਰ ਦਾ ਲੈਵਲ ਹੈ ਉਹ ਵੱਧ ਸਕਦਾ ਹੈ, ਕਿਉਂਕਿ ਬਰਫ਼ ਪਿਘਲਣ ਦੀ ਜਿਹੜੀ ਗਤੀ ਹੈ ਉਹ ਲਗਾਤਾਰ ਉਸ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਸੋ ਇਹ ਗੱਲ ਹੋਈ ਅੱਜ ਆਪਣੀ ਗਲੋਬਲ ਵਾਰਮਿੰਗ ਬਾਰੇ, ਇਹਦੇ ਕਾਰਨ ਕੀ ਨੇ, ਗਲੋਬਲ ਵਾਰਮਿੰਗ ਹੁੰਦੀ ਕੀ ਹੈ, ਇਹਦੇ ਕੀ ਮਾੜੇ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣਗੇ। ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ। ਜੇਕਰ ਕੋਈ ਵੀਡੀਓ ਦੇ ਵਿੱਚ ਕਮੀ ਰਹੀ ਹੈ ਤਾਂ ਉਹ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਅਗਲੀਆਂ ਵੀਡੀਓਜ਼ ਦੇ ਵਿੱਚ ਉਹਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਹੁਣ ਇਜਾਜ਼ਤ ਦਿਓ ਅਤੇ ਮਿਲਾਂਗੇ ਜਲਦੀ ਹੀ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਧੰਨਵਾਦ ਜੀ।